ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ students. I am Harjeet Singh. First of all, I hope all of you will be fine and adapted yourself according to the situation, or take serious your online classes, because syllabus we completed in these classes would not repeated in classrooms when school opened. So if you face any kind of problem related the explanation, word confusion, voice of teacher, etc., you can contact your class in charge or your subject teacher immediately or clear your doubts. So today we start the second chapter of geography, physical feature of India. ਫਿਜ਼ੀਕਲ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਵਾਸਤੇ ਫਿਜ਼ੀਕਲ ਵਰਡ ਯੂਜ਼ ਕਰਦੇ ਹਾਂ, ਸੇਮ ਇੰਡੀਆ ਇੱਕ ਕੰਟਰੀ ਵਾਸਤੇ ਅਸੀਂ ਫਿਜ਼ੀਕਲ ਇੱਥੋਂ ਭਾਵ ਸਰੀਰ ਤੋਂ ਹੈ ਕਿ ਭਾਰਤ ਦੇਸ਼ ਦੀ ਜੋ ਬਣਤਰ ਹੈ ਇਹਦੀਆਂ ਸਰੀਰਕ ਵਿਸ਼ੇਸ਼ਤਾਵਾਂ ਕੀ ਆ, ਮਤਲਬ ਇਸ ਦੇਸ਼ ਦੀ ਬਣਤਰ ਕਿਹੋ ਜਿਹੀ ਆ, ਕੀ ਇਹਦੀਆਂ ਵਿਸ਼ੇਸ਼ਤਾਵਾਂ ਗੁਣ ਕੀ ਆ ਇਹਦੇ। ਸੋ ਐਜ਼ ਵੀ ਨੋ ਡੈਟ ਇੰਡੀਆ ਇਜ਼ ਏ ਵਾਸਟ ਕੰਟਰੀ, ਭਾਰਤ ਇੱਕ ਵਿਸ਼ਾਲ ਦੇਸ਼ ਆ। In this country there are 28 states and 9 union territories. So it is country where all kind of landforms present. Landforms मतलब ਭੂਮੀ ਆਕ੍ਰਿਤੀਆਂ, ਕਿ ਭੂਮੀ ਦੀਆਂ ਆਕ੍ਰਿਤੀਆਂ, ਭੂਮੀ ਦੀ ਸ਼ੇਪ ਜਾਂ ਭੂਮੀਗਤ ਬੋਲਦੇ ਨੇ ਆਪਾਂ, ਇਹ ਸਾਰੀਆਂ ਇੱਥੇ ਪ੍ਰੈਜੈਂਟ ਆ। ਹੁਣ ਭੂਮੀ ਆਕ੍ਰਿਤੀਆਂ ਜਾਂ ਭੂਮੀਗਤ ਕੀ ਹੁੰਦੇ ਹੈ, ਮਤਲਬ ਇਸ ਵਿਸ਼ਾਲ ਦੇਸ਼ ਦੇ ਵਿੱਚ ਪਲੇਨ ਇਲਾਕਾ ਮੌਜੂਦ ਹੈ ਸਾਡੇ ਕੋਲ, ਮਾਊਂਟੇਨਸ, डेजर्ट, प्लेटू और आइलैंड। ਮਤਲਬ ਹੁਣ ਜਿੰਨਾ ਸਾਡਾ ਦੇਸ਼ ਵਿਸ਼ਾਲ ਹੈ ਇਸ ਦੇ ਵਿੱਚ ਹਰੇਕ ਤਰ੍ਹਾਂ ਦੀਆਂ ਸਾਡੇ ਕੋਲ ਜ਼ਮੀਨ ਦੀਆਂ ਕਿਸਮਾਂ ਮੌਜੂਦ ਨੇ, ਜਿਵੇਂ ਕਿ ਕੁਝ ਇਲਾਕੇ ਕੁਝ ਸਟੇਟਸ ਦੇ ਵਿੱਚ ਪਲੇਨ ਇਲਾਕਾ, ਜਿਵੇਂ ਕਿ ਪੰਜਾਬ ਦੇ ਵਿੱਚ ਅਗਰ ਆਪਾਂ ਹਿਮਾਚਲ ਵਾਲੀ ਸਾਈਡ 'ਤੇ ਜਾਵਾਂਗੇ ਉੱਥੇ ਸਾਨੂੰ ਮਾਊਂਟੇਨ ਵਾਲਾ ਇਲਾਕਾ ਪ੍ਰਾਪਤ ਹੋਏਗਾ। ਅਗਰ ਅਸੀਂ ਰਾਜਸਥਾਨ ਜਾਂਦੇ ਹਾਂ ਉੱਥੇ ਸਾਨੂੰ ਡੈਜ਼ਰਟ ਪ੍ਰੈਜੈਂਟ ਹੈ ਉਹ ਪ੍ਰਾਪਤ ਹੋ ਜਾਏਗਾ। ਅਗਰ ਅਸੀਂ ਸਾਊਥ ਵਿੱਚ ਜਾਂਦੇ ਹਾਂ ਉੱਥੇ ਸਾਨੂੰ ਪਲੇਟੂਸ ਪ੍ਰਾਪਤ ਹੋ ਜਾਏਗਾ। ਪਲੇਟੂ ਸੇਮ ਐਜ਼ ਦਾ ਮਾਊਂਟੇਨਸ, ਬਟ ਇਹਦਾ ਡਿਫਰੈਂਸ ਇਟਸ ਪੀਕ ਇਜ਼ ਨੋਟ like a cone, it is a flat surface like that, or it is look like a table, so we also called table surface or table plateaus. ਮਤਲਬ ਇਸ ਦੀ ਉੱਪਰਲਾ ਸਿਖਰਲਾ ਹਿੱਸਾ ਜਿਹੜਾ ਇੱਕ ਟੇਬਲ ਵਾਂਗੂ ਫਲੈਟ ਹੁੰਦਾ, ਇਸ ਕਰਕੇ ਇਸ ਨੂੰ ਅਸੀਂ ਟੇਬਲ ਪਲੇਟੂ ਵੀ ਕਹਿ ਦਿੰਦੇ ਹਾਂ। ਔਰ ਆਈਲੈਂਡ ਸਾਡੇ ਕੋਲ ਇਹਨਾਂ ਚਾਰ ਤੋਂ ਇਲਾਵਾ ਅਰੇਬੀਅਨ ਸੀ ਔਰ ਬੇ ਆਫ ਬੰਗਾਲ ਦੇ ਵਿੱਚ ਅੰਡੇਮਾਨ ਲਕਸ਼ਦੀਪ ਵਰਗੇ ਆਈਲੈਂਡ ਵੀ ਮੌਜੂਦ ਨੇ। ਕਹਿਣ ਦਾ ਭਾਵ ਕਿ ਜਿੰਨਾ ਸਾਡਾ ਦੇਸ਼ ਵਿਸ਼ਾਲ ਹੈ ਇਸ ਦੇ ਵਿੱਚ ਹਰੇਕ ਤਰ੍ਹਾਂ ਦੀ ਸਾਨੂੰ ਜ਼ਮੀਨ ਔਰ ਜ਼ਮੀਨ ਦੀਆਂ ਆਕ੍ਰਿਤੀਆਂ ਪ੍ਰਾਪਤ ਹੋ ਜਾਂਦੀਆਂ ਨੇ। ਇਸ ਵੇਰੀਏਸ਼ਨ ਦਾ ਕਾਰਨ ਇਸ ਦੇਸ਼ ਦੀ ਵਿਸ਼ਾਲਤਾ ਹੈ, ਇਸ ਦਾ ਲਾਰਜ ਏਰੀਆ ਹੈ, ਕਿਉਂਕਿ ਸਾਡੇ ਕੋਲ ਆਪਾਂ ਪਿੰਡਾਂ ਦੇ ਵਿੱਚ ਵੇਖੀਏ ਕਿਸੇ ਕਿਸਾਨ ਦੇ ਕੋਲ 10 ਜਾਂ 15 ਕਿੱਲੇ ਜ਼ਮੀਨ ਹੋਏਗੀ ਤਾਂ ਉਹ ਸਾਰੀ ਜ਼ਮੀਨ ਇੱਕੋ ਜਿਹੀ ਬਰਾਬਰ ਨਹੀਂ ਹੋਏਗੀ। ਕੁਝ ਜ਼ਮੀਨ ਉੱਚੀ ਨੀਵੀਂ ਜਾਂ ਉਸਦੇ ਵਿੱਚ ਅਲੱਗ ਟਾਈਪ ਦੀ ਸੋਇਲ ਹੋਏਗੀ। ਸੋ ਇਸੇ ਤਰੀਕੇ ਨਾਲ ਸਾਡਾ ਦੇਸ਼ ਜਿਹੜਾ ਇੱਕ ਵਿਸ਼ਾਲ ਹੋਣ ਦਾ ਕਰਕੇ, ਵੱਡਾ ਦੇਸ਼ ਹੋਣ ਦਾ ਕਰਕੇ ਇਹ ਸਾਰੀਆਂ ਲੈਂਡਫਾਰਮਸ ਇਹਦੇ ਵਿੱਚ ਪ੍ਰਾਪਤ ਸਾਨੂੰ ਹੋ ਜਾਂਦੀਆਂ ਨੇ। ਨੈਕਸਟ, ਵਟ ਕਾਈਂਡ ਆਫ ਦਾ ਟੈਰਨ ਡੂ ਯੂ ਲਿਵ ਇਨ? ਟੈਰਨ ਮੀਨਸ ਇਲਾਕਾ। ਸਾਨੂੰ ਕੁਐਸਚਨ ਪੁੱਟ ਕੀਤਾ ਗਿਆ ਕਿ ਤੁਸੀਂ ਕਿਹੋ ਜਿਹੇ ਇਲਾਕੇ ਦੇ ਵਿੱਚ ਰਹਿੰਦੇ ਹੋ। ਇਫ ਯੂ ਲਿਵ ਇਨ ਪਲੇਨਸ ਯੂ ਆਰ ਫੈਮਿਲਰ ਵਿਦ ਦਾ ਵਾਸਟ ਸਟ੍ਰੈਚਿਸ ਆਫ ਪਲੇਨ ਲੈਂਡ। ਅਗਰ ਕਹਿੰਦੇ ਤੁਸੀਂ ਪਲੇਨ ਪੱਧਰ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਨੂੰ ਫਿਰ ਲੰਬੀਆਂ ਪੱਧਰੀਆਂ ਜ਼ਮੀਨੀ ਲੜੀਆਂ ਦਾ ਪ੍ਰਾਪਤ ਹੋਏਗਾ, ਗਿਆਨ ਪ੍ਰਾਪਤ ਹੋਏਗਾ। ਇਨ ਕੰਟਰਾਸਟ ਇਫ ਯੂ ਲਿਵ ਇਨ ਦਾ ਹਿਲੀ ਰੀਜਨ, ਅਗਰ ਤੁਸੀਂ ਕਹਿੰਦੇ ਹਿਲੀ ਰੀਜਨ ਪਹਾੜੀ ਇਲਾਕੇ ਦੇ ਵਿੱਚ ਰਹਿੰਦੇ ਹੋ, ਦਾ ਰਗਡ ਟੈਰਨ ਵਿਦ ਦਾ ਮਾਊਂਟੇਨਸ ਐਂਡ ਦਾ ਵੈਲੀਸ ਆਰ ਕਾਮਨ ਫੀਚਰ। ਫਿਰ ਉਸ ਇਲਾਕੇ ਦੇ ਵਿੱਚ ਕਹਿੰਦੇ ਸਖਤ ਪਹਾੜੀ ਅਤੇ ਵਾਦੀ ਵਾਲਾ ਇਲਾਕਾ ਆਮ ਪਾਇਆ ਜਾਏਗਾ। ਵੈਲੀਸ ਹੁੰਦਾ ਹੈ ਵਾਦੀ ਉਸ ਇਲਾਕੇ ਨੂੰ ਕਿਹਾ ਜਾਂਦਾ ਜਦੋਂ ਇੱਕ ਮਾਊਂਟੇਨ ਔਰ ਇੱਕ ਛੋਟੀ ਹਿੱਲ ਹੁੰਦੀ, ਉਹਦੇ ਵਿਚਕਾਰ ਜੋ ਨੀਵਾਂ ਇਲਾਕਾ ਹੁੰਦਾ ਉਹਨੂੰ ਅਸੀਂ ਵੈਲੀ ਬੋਲਦੇ ਹਾਂ। ਫਿਰ ਕਹਿੰਦੇ ਤੁਸੀਂ ਮਾਊਂਟੇਨ ਔਰ ਵੈਲੀਸ ਦੇ ਨਾਲ ਆਮ ਹੀ ਮਤਲਬ ਇਹਨਾਂ ਵਿਸ਼ੇਸ਼ਤਾਵਾਂ ਤੋਂ ਜਾਣੂ ਹੋਗੇ। ਇਨ ਫੈਕਟ ਆਵਰ ਕੰਟਰੀ ਹੈਜ਼ ਪ੍ਰੈਕਟੀਕਲੀ ਆਲ ਮੇਜਰ ਫਿਜ਼ੀਕਲ ਫੀਚਰ, ਦਿਸ ਲਾਈਨ ਵੀ ਆਲਸੋ ਡਿਸਕਸ ਹੇਅਰ। ਕਹਿੰਦੇ ਸਾਡੇ ਦੇਸ਼ ਦੇ ਵਿੱਚ ਸਾਰੇ ਤਰ੍ਹਾਂ ਦੇ ਫਿਜ਼ੀਕਲ ਫੀਚਰ ਮਾਊਂਟੇਨ, ਪਲੇਨ, ਡੈਜ਼ਰਟ, ਪਲੇਟੂ ਐਂਡ ਆਈਲੈਂਡ ਮੌਜੂਦ ਨੇ। ਯੂ ਮਸਟ ਬੀ ਦਾ ਵੰਡਰਿੰਗ ਹਾਊ ਦੀਜ਼ ਫਿਜ਼ੀਕਲ ਫੀਚਰਸ ਹੈਵ ਬੀਨ ਫਾਊਂਡ। ਆਪਾਂ ਕੋਈ ਵੀ ਅਜੀਬ ਚੀਜ਼ ਵੇਖਦੇ ਹਾਂ ਸਾਡੇ ਮਨ ਦੇ ਵਿੱਚ ਇੱਕਦਮ ਕੁਐਸਚਨ ਪੈਦਾ ਹੁੰਦਾ ਕਿ ਇਹ ਚੀਜ਼ ਕਿਵੇਂ ਬਣੀ, ਇਹਦੇ ਬਣਨ ਦੇ ਪਿੱਛੇ ਲੌਜਿਕ ਕੀ ਆ।
ਇਸ ਨੂੰ ਕਿਵੇਂ ਬਣਾਇਆ ਗਿਆ ਹੋਵੇਗਾ। ਇਸੇ ਤਰੀਕੇ ਨਾਲ ਕਹਿੰਦੇ ਜਦੋਂ ਅਸੀਂ ਵੱਖਰੀਆਂ ਵੱਖਰੀਆਂ ਭੂਮੀ ਆਕ੍ਰਿਤੀਆਂ ਦੇਖਦੇ ਹਾਂ ਕਿ ਅਸੀਂ ਵੇਖਦੇ ਹਾਂ ਕਿ ਧਰਤੀ 'ਤੇ ਇੱਕ ਹੀ ਆ, ਅਰਥ ਪਲੈਨਟ ਇੱਕ ਆ, ਫਿਰ ਇਸ ਦੇ ਉੱਪਰ ਸ਼ੇਪਸ ਜਿਹੜੀਆਂ ਜ਼ਮੀਨ ਦੀਆਂ ਇਲਾਕੇ ਦੇ ਨਾਲ ਬਦਲ ਕਿਉਂ ਜਾਂਦੀਆਂ, ਕਿਤੇ ਡੈਜ਼ਰਟ ਆ ਜਾਂਦਾ ਹੈ, ਕਿਤੇ ਮਾਊਂਟੇਨਸ ਆ ਜਾਂਦੀਆਂ, ਕਿਤੇ ਪਲੇਨਸ ਇਲਾਕਾ ਆ ਜਾਂਦਾ, ਇਹ ਕਿਉਂ ਆਉਂਦਾ ਹੈ। ਕਹਿੰਦੇ ਸਾਡੇ ਮਨਾਂ ਦੇ ਵਿੱਚ ਇੱਕ ਕੁਐਸਚਨ ਜਿਹੜਾ ਉਹ ਪੈਦਾ ਹੁੰਦਾ ਹੈ ਜਾਂ ਉੱਭਰਦਾ ਹੈ। ਯੂ ਮਸਟ ਨੈਕਸਟ ਆ ਜਾਂਦਾ ਵੀ ਵਿਲ learn more about major physical features of India and how they have been found। ਕਹਿੰਦੇ ਇਸ ਲੈਸਨ ਦੇ ਵਿੱਚ ਅਸੀਂ ਭਾਰਤ ਦੇ ਜੋ ਵੱਡੀਆਂ ਵਿਸ਼ੇਸ਼ਤਾਵਾਂ ਉਹਨਾਂ ਦੇ ਬਾਰੇ ਪੜ੍ਹਾਂਗੇ। ਇਹ ਵਿਸ਼ੇਸ਼ਤਾਵਾਂ ਜਾਂ ਫਿਜ਼ੀਕਲ ਫੀਚਰ ਕਿਵੇਂ ਬਣੇ ਇਹਨਾਂ ਦੇ ਬਾਰੇ ਰੀਡ ਕਰਾਂਗੇ। ਹੁਣ ਇਸ ਪੈਰਾਗ੍ਰਾਫ ਦੇ ਵਿੱਚ ਕਿਹਾ ਗਿਆ ਕਿ ਸਾਨੂੰ ਡਿਫਰੈਂਟ ਟਾਈਪਸ ਆਫ ਰੌਕਸ ਜਿਹੜੀਆਂ ਪ੍ਰਾਪਤ ਹੁੰਦੀਆਂ। ਕੋਈ ਰੌਕਸ ਜਿਹੜੀਆਂ ਹਾਰਡ ਹੁੰਦੀਆਂ ਹੈ ਜਿਸ ਨਾਲ ਕੋਈ ਮਾਰਬਲ ਬਣਦਾ ਹੈ। ਮਾਰਬਲ ਦੀ ਹੈਲਪ ਦੇ ਨਾਲ ਕਹਿੰਦੇ ਅਸੀਂ ਜਿਹੜਾ ਤਾਜ ਮਹਿਲ ਦੀ ਇਮਾਰਤ ਤਿਆਰ ਕੀਤੀ ਹੋਈ ਹੈ। ਦੂਸਰੀ ਸਾਈਡ 'ਤੇ ਕੋਈ ਰੌਕਸ ਜਿਹੜੀਆਂ ਸੌਫਟ ਹੁੰਦੀਆਂ ਹੈ ਜਿਵੇਂ ਕਿ ਸੋਪ ਸਟੋਨ, ਔਰ ਅਜਿਹੀਆਂ ਸੌਫਟ ਸਟੋਨਸ ਜਾਂ ਸੌਫਟ ਰੌਕਸ ਨੇ ਇਹਨਾਂ ਦੀ ਹੈਲਪ ਦੇ ਨਾਲ ਅਸੀਂ ਟੈਲਕਮ ਪਾਊਡਰ ਤਿਆਰ ਕਰਦੇ ਹਾਂ। ਟੈਲਕਮ ਪਾਊਡਰ ਇੱਕ ਅਜਿਹਾ ਪ੍ਰੋਡਕਟ ਹੈ ਜਿਸ ਨੂੰ ਅਸੀਂ ਕੋਸਮੈਟਿਕ ਪ੍ਰੋਡਕਟ ਤਿਆਰ ਕਰਨ ਵਾਸਤੇ ਵਰਤਦੇ ਹਾਂ। ਕੋਸਮੈਟਿਕ ਮਤਲਬ ਬਿਊਟੀ ਵਾਸਤੇ ਜੋ ਵੀ ਆਪਾਂ ਕਰੀਮਸ ਪਾਊਡਰ ਐਕਸੈਟਰਾ ਯੂਜ਼ ਕਰਦੇ ਹਾਂ ਉਹਨਾਂ ਦੇ ਵਿੱਚ ਸੌਫਟ ਰੌਕਸ ਯੂਜ਼ ਕੀਤੀਆਂ ਜਾਂਦੀਆਂ ਹੈ। ਮਤਲਬ ਉਹਨਾਂ ਦਾ ਕਹਿਣ ਦਾ ਭਾਵ ਕਿ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਧਰਤੀ ਦੇ ਪਾਰਟ ਦੇ ਵਿੱਚ ਦੋ ਤਰ੍ਹਾਂ ਦੀਆਂ ਰੌਕਸ ਪਾਈਆਂ ਜਾਂਦੀਆਂ ਨੇ, ਇੱਕ ਹਾਰਡ ਔਰ ਇੱਕ ਸੌਫਟ। ਦੋਨਾਂ ਦੀ ਇੱਕ ਐਗਜ਼ਾਮਪਲ ਦਿੱਤੀ। ਹਾਰਡ ਰੌਕਸ ਤੋਂ ਮਾਰਬਲ ਲੈ ਕੇ ਅਸੀਂ ਤਾਜ ਮਹਿਲ ਤਿਆਰ ਕੀਤਾ ਹੈ, ਔਰ ਸੈਕਿੰਡ ਸਾਈਡ 'ਤੇ ਸੌਫਟ ਰੌਕਸ ਦੀ ਹੈਲਪ ਦੇ ਨਾਲ ਅਸੀਂ ਟੈਲਕਮ ਪਾਊਡਰ ਤਿਆਰ ਕਰਦੇ ਹਾਂ। ਦਾ ਕਲਰ ਆਫ ਦਾ ਸੋਇਲ ਵੇਰੀਜ਼ ਫਰੋਮ ਦਾ ਵਨ ਪਲੇਸ ਟੂ ਦਾ ਅਨਦਰ। ਕਹਿੰਦੇ ਇੱਕ ਥਾਂ ਤੋਂ ਦੂਸਰੀ ਜਗ੍ਹਾ 'ਤੇ ਉੱਪਰ ਜਦੋਂ ਜਾਈਏ ਅਸੀਂ ਵੇਖਦੇ ਹਾਂ ਕਿ ਸੋਇਲ ਦਾ ਕਲਰ ਵੀ ਆਟੋਮੈਟਿਕ ਚੇਂਜ ਹੋਇਆ ਹੁੰਦਾ ਹੈ। ਉਸ ਚੇਂਜ ਹੋਣ ਦਾ ਕਾਰਨ ਕੀ ਆ। ਮੰਨ ਲਓ ਕਿ ਆਹ ਸਾਡੇ ਕੋਲ ਜਿਹੜਾ ਇੱਕ ਵੱਡੀ ਸਾਰੀ ਇੱਕ ਰੌਕ ਹੈ ਰੈੱਡ ਕਲਰ ਦੀ। ਹੁਣ ਇਸ ਰੌਕ ਦੇ ਉੱਪਰ ਬਾਰਿਸ਼ ਹੁੰਦੀ ਹੈ, ਹਵਾ ਕੇ ਟਕਰਾਉਂਦੀ ਆ ਜਾਂ ਆਈਸ ਬਰਫ਼ ਪੈ ਜਾਂਦੀ ਆ। ਇਸ ਦੀ ਹੈਲਪ ਦੇ ਨਾਲ ਇਹ ਰੌਕ ਹੌਲੀ ਹੌਲੀ ਛੋਟੇ ਛੋਟੇ ਫਰੈਗਮੈਂਟਸ ਵਿੱਚ ਟੁਕੜਿਆਂ ਵਿੱਚ ਟੁੱਟਣੀ ਸ਼ੁਰੂ ਹੋ ਜਾਂਦੀ ਆ, ਔਰ ਇਸ ਦੇ ਟੁੱਟੇ ਹੋਏ ਟੁਕੜੇ ਇਸ ਤੋਂ ਦੂਰ ਜਾ ਕੇ ਕਿਤੇ ਖਿਲਰ ਜਾਂਦੇ ਆ ਜਾਂ ਨੀਵਾਂ ਇਲਾਕਾ ਵੇਖ ਕੇ ਉੱਥੇ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਆ। ਅਗਰ ਲਗਾਤਾਰ ਇਹ ਛੋਟੇ ਛੋਟੇ ਕਿਣਕੇ ਜਿਹੜੇ ਜਮ੍ਹਾਂ ਹੋਈ ਜਾਂਦੇ ਆ, ਬਾਅਦ ਵਿੱਚ ਕੁਝ ਡਿਸੇਂਗ, ਕੁਝ ਗਲੇ ਸੜੇ ਪੱਤੇ ਵਗੈਰਾ ਇਸ ਦੇ ਵਿੱਚ ਆ ਕੇ ਮਿਲ ਜਾਂਦੇ ਆ। ਇਸ ਦੀ ਹੈਲਪ ਦੇ ਨਾਲ ਮਿੱਟੀ ਤਿਆਰ ਹੋ ਜਾਂਦੀ ਆ। ਹੁਣ ਇਸ ਮਿੱਟੀ ਦਾ ਕਲਰ ਵੀ ਜਿਹੜਾ ਸੇਮ ਆਪਣੇ ਪੇਰੈਂਟ ਰੌਕ ਮਤਲਬ ਜਿਹੜੀ ਮੁੱਖ ਚਟਾਨ ਤੋਂ ਇਹ ਟੁਕੜੇ ਅਲੱਗ ਹੋਏ ਸੀ ਉਸ ਦੇ ਕਲਰ ਵਰਗਾ ਹੋਏਗਾ। ਜਿਵੇਂ ਆਪਣੇ ਆਮ ਹੀ ਇੱਕ ਧਾਰਨਾ ਬਣੀ ਆ, ਕਨਸੈਪਟ ਬਣਿਆ ਹੁੰਦਾ ਕਿ ਬੱਚੇ ਜਿਹੜੇ ਹਮੇਸ਼ਾ ਆਪਣੇ ਮਾਂ ਬਾਪ ਵਰਗਾ ਉਹਨਾਂ ਦਾ ਰੰਗ ਰੂਪ ਹੁੰਦਾ ਹੈ। ਸੇਮ ਆਪਾਂ ਕਹਿ ਸਕਦੇ ਕਿ ਮਾਊਂਟੇਨ ਦੇ ਉੱਪਰੋਂ ਜੋ ਨਵੀਂ ਮਿੱਟੀ ਤਿਆਰ ਹੁੰਦੀ ਉਸ ਦਾ ਰੰਗ ਰੂਪ ਵੀ ਡਿਪੈਂਡ ਕਰਦਾ ਕਿ ਉਹਦੇ ਪੇਰੈਂਟ ਰੌਕ ਕਿਹੋ ਜਿਹੀ ਆ, ਉਸ ਦਾ ਕਲਰ ਕੀ ਆ, ਉਸ ਦੀਆਂ ਵਿਸ਼ੇਸ਼ਤਾਵਾਂ ਕੀ ਆ। ਸਿਰਫ ਇਹਦੇ ਵਿੱਚ ਕੋਈ ਫਰਟਾਈਲ ਜਾਂ ਅਨਫਰਟਾਈਲ ਹੋਣ ਦਾ ਕੋਈ ਫਰਕ ਪੈ ਜਾਂਦਾ ਹੈ, ਕਿਉਂਕਿ ਕਿਸੇ ਵੀ ਜ਼ਮੀਨ ਨੇ ਜਾਂ ਮਿੱਟੀ ਨੇ ਫਰਟਾਈਲ ਹੋਣਾ ਹੁੰਦਾ। ਡਿਸਿੰਗ ਜੋ ਵੀ ਉਸ ਦੇ ਵਿੱਚ ਪੱਤੇ ਵਗੈਰਾ ਜਾਂ ਹੋਰ ਡੀਕੰਪੋਜ਼ਿੰਗ ਪ੍ਰੋਸੈਸ ਦੇ ਨਾਲ ਕੋਈ ਪਦਾਰਥ ਮਿਲੇ ਆ। ਅਗਰ ਮੰਨ ਲਓ ਪੇਰੈਂਟ ਰੌਕ ਦੇ ਵਿੱਚ ਕੁਝ ਪੱਤੇ ਜਾਂ ਪੌਦੇ ਦੀਆਂ ਬ੍ਰਾਂਚਿਸ ਘੱਟ ਮਿਲੀਆਂ ਹੈ, ਉਹਦੀ ਮਿੱਟੀ ਜ਼ਿਆਦਾ ਫਰਟਾਈਲ ਨਹੀਂ ਹੋਏਗੀ। ਨਵੀਂ ਬਣ ਰਹੀ ਮਿੱਟੀ ਦੇ ਵਿੱਚ ਅਗਰ ਬ੍ਰਾਂਚਿਸ ਪੱਤੇ ਵਗੈਰਾ ਜ਼ਿਆਦਾ ਮਿਲ ਜਾਂਦੇ, ਇਹ ਮਿੱਟੀ ਕਾਫੀ ਫਰਟਾਈਲ ਹੋ ਸਕਦੀ ਹੈ। ਅਗਰ ਇਸ ਰੌਕ ਦਾ ਕਲਰ ਬਲੈਕ ਹੋਏਗਾ ਫਿਰ ਇਸ ਤੋਂ ਤਿਆਰ ਹੋਣ ਵਾਲੀ ਮਿੱਟੀ ਦਾ ਕਲਰ ਵੀ ਬਲੈਕ ਹੋ ਜਾਏਗਾ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਹੈਵ ਯੂ ਈਵਰ ਥੋਟ ਅਬਾਊਟ ਦਾ ਕਾਜ਼ਿਜ਼ ਆਫ ਦੀਜ਼ ਵੇਰੀਏਸ਼ਨ। ਕਹਿੰਦੇ ਤੁਸੀਂ ਇਹ ਰੌਕਸ ਦੇ ਵਿੱਚ ਜਾਂ ਮਿੱਟੀ ਦੇ ਕਲਰ ਵਿੱਚ ਵਖਰੇਵਾਂ ਦਾ ਕੀ ਇਸ ਦੇ ਬਾਰੇ ਕਦੀ ਸੋਚਿਆ ਹੈ। ਮੋਸਟ ਆਫ ਦੀਜ਼ ਵੇਰੀਏਸ਼ਨ ਆਰ ਕਾਜ਼ਡ ਡਿਊ ਟੂ ਦਾ ਡਿਫਰੈਂਸਿਸ ਇਨ ਦਾ ਰੌਕ ਫਾਰਮੇਸ਼ਨ। ਕਹਿੰਦੇ ਬਹੁਤ ਸਾਰੇ ਵੇਰੀਏਸ਼ਨ ਸਿਰਫ ਰੌਕ ਦੀ ਫਾਰਮੇਸ਼ਨ, ਰੌਕਸ ਦੀ ਬਣਤਰ ਦਾ ਕਰਕੇ ਹੁੰਦਾ ਹੈ, ਜੋ ਆਪਾਂ ਪਹਿਲਾਂ ਡਿਸਕਸ ਕੀਤਾ ਹੈ। ਇੰਡੀਆ ਇਜ਼ ਏ ਲਾਰਜ ਲੈਂਡਮਾਸ ਫਾਰਮਡ ਡਿਊਰਿੰਗ ਡਿਫਰੈਂਟ ਜੀਓਲੋਜੀਕਲ ਪੀਰੀਅਡ ਵਿਚ ਹੈਜ਼ ਇਨਫਲੂਐਂਸ ਹਰ ਰਿਲੀਫ। ਕਹਿੰਦੇ ਭਾਰਤ ਇੱਕ ਵੱਡਾ ਦੇਸ਼ ਹੈ, ਇਸ ਦੀ ਲੈਂਡਮਾਸ ਭੂਮੀ ਆਕ੍ਰਿਤੀਆਂ ਲੰਬੇ ਸਮੇਂ ਤੱਕ ਵੱਖਰੇ ਵੱਖਰੇ ਕਲਾਈਮੇਟ ਔਰ ਐਨਵਾਇਰਨਮੈਂਟ ਦੇ ਅਧੀਨ ਵਿਕਸਿਤ ਹੋਈਆਂ ਹੈ, ਡਿਵੈਲਪ ਹੋਈਆਂ ਹੈ, ਜਿਸ ਦੇ ਕਰਕੇ ਇਸ ਦੇ ਰਿਲੀਫ ਰਾਹਤ ਦੇਣ ਵਾਲੇ ਤੱਤਾਂ ਵਿੱਚ ਕਾਫੀ ਵਖਰੇਵਾਂ ਪਾਇਆ ਜਾਂਦਾ ਹੈ। ਰਾਹਤ ਦੇਣ ਵਾਲੇ ਤੱਤ ਇਹੀ ਹੁੰਦੇ ਆ ਸਾਡੇ ਕੋਲ ਪਲੇਨ, ਮਾਊਂਟੇਨ, ਡੈਜ਼ਰਟ, ਮਾਊਂਟੇਨ। ਕਿਉਂਕਿ ਇਹਨਾਂ ਰਾਹਤ ਵਾਲੇ ਆਪਾਂ ਫੀਚਰ ਤਾਂ ਕਿਉਂ ਆਖਦੇ ਹਾਂ, ਜਿਵੇਂ ਕਿ ਮਾਊਂਟੇਨਸ ਆ। ਮਾਊਂਟੇਨਸ ਸਾਡੇ ਇੰਡੀਆ ਦੇ ਨੌਰਥ ਵਾਲੀ ਸਾਈਡ 'ਤੇ ਆ। ਇੰਡੀਆ ਦੇ ਨੌਰਥ ਵਾਲੀ ਸਾਈਡ 'ਤੇ ਹਿਮਾਲਿਆ ਪਰਬਤ ਆ। ਇਸ ਦੇ ਨਾਲ ਅਸੀਂ ਇਹਨੂੰ ਰਾਹਤ ਵਾਲੇ ਕਿਉਂ ਕਹਿ ਸਕਦੇ ਹਾਂ। ਇੱਕ ਤਾਂ ਸਾਨੂੰ ਬਹੁਤ ਸਾਰੇ ਪ੍ਰੋਡਕਟ ਮਾਊਂਟੇਨ ਤੋਂ ਪ੍ਰਾਪਤ ਹੁੰਦੇ ਆ। ਦੂਸਰੀ ਸਾਈਡ 'ਤੇ ਸੈਂਟਰਲ ਏਸ਼ੀਆ ਤੋਂ ਜਿਹੜੀਆਂ ਵਾ ਕਾਫੀ ਠੰਡੀਆਂ ਹਵਾਵਾਂ ਆਉਂਦੀਆਂ ਨੇ। ਉਹ ਹਵਾਵਾਂ ਮਾਊਂਟੇਨ ਪਹਾੜੀ ਦੇ ਨਾਲ ਟਕਰਾ ਕੇ ਪਿੱਛੇ ਮੁੜ ਜਾਂਦੀਆਂ, ਸਾਡੇ ਦੇਸ਼ ਵਿੱਚ ਐਂਟਰ ਨਹੀਂ ਕਰਦੀਆਂ। ਅਗਰ ਇਹੀ ਹਵਾਵਾਂ ਸਾਡੇ ਦੇਸ਼ ਵਿੱਚ ਐਂਟਰ ਕਰ ਜਾਣ ਤਾਂ ਸਾਡੇ ਦੇਸ਼ ਦਾ ਸਾਰਾ ਇਲਾਕਾ ਜਿਹੜਾ ਵਾ ਇੱਕ ਬਰਫ਼ ਦੇ ਗੋਲੇ ਵਾਂਗ ਜਿਹੜਾ ਹਮੇਸ਼ਾ ਠੰਡਾ ਰਹੇਗਾ, ਜਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ
ਅਡੈਪਟੇਸ਼ਨ ਕਰਨੀ, ਰਹਿਣਾ ਜਾਂ ਕੋਈ ਫਸਲਾਂ ਉਗਾਉਣੀਆਂ ਸਾਡੇ ਵਾਸਤੇ ਕਾਫੀ ਮੁਸ਼ਕਿਲ ਹੋ ਸਕਦੀਆਂ ਹੈ। ਅਜਿਹੇ ਹੁਣ ਇਸੇ ਤਰ੍ਹਾਂ ਪਲੇਟੂਸ ਆ, ਡੈਜ਼ਰਟ ਆ, ਆਈਲੈਂਡ ਆ, ਇਹਨਾਂ ਸਾਰਿਆਂ ਦੀਆਂ ਸਾਡੇ ਵਾਸਤੇ ਕੋਈ ਨਾ ਕੋਈ ਵਿਸ਼ੇਸ਼ਤਾਵਾਂ ਜਿਨ੍ਹਾਂ ਕਰਕੇ ਅਸੀਂ ਇਹਨਾਂ ਨੂੰ ਰਿਲੀਫ ਫੀਚਰ ਬੋਲਦੇ ਹਾਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਬਿਸਾਈਡਸ ਜਿਓਲੋਜੀਕਲ ਫਾਰਮੇਸ਼ਨ ਇਹ ਨੰਬਰ ਆਫ ਦਾ ਪ੍ਰੋਸੈਸ। ਕਹਿੰਦੇ ਇਸ ਜਿਓਲੋਜੀਕਲ ਪ੍ਰੋਸੈਸ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਰਿਆਵਾਂ ਕੰਮ ਕਰਦੀਆਂ, ਜਿਵੇਂ ਕਿ ਵਿਦਰਿੰਗ, ਇਰੋਜ਼ਨ ਔਰ ਦਾ ਡੈਪੋਜੀਸ਼ਨ। ਵਿਦਰਿੰਗ ਹੁੰਦਾ ਹੈ ਚਟਾਨਾਂ ਦਾ ਭੁਰਨਾ, ਇਰੋਜ਼ਨ ਹੁੰਦਾ ਮਿੱਟੀ ਦਾ ਖੁਰਨਾ, ਡੈਪੋਜੀਸ਼ਨ ਹੁੰਦਾ ਹੈ ਇੱਕ ਜਗ੍ਹਾ 'ਤੇ ਜਮਾ ਹੋ ਜਾਣਾ, ਉਹਦਾ ਇਕੱਠਾ ਹੋ ਜਾਣਾ। ਹੈਵ ਕ੍ਰੀਏਟਡ ਐਂਡ ਦਾ ਮੋਡੀਫਾਈਡ ਦਾ ਰਿਲੀਫ ਟੂ ਇਟਸ ਦਾ ਪ੍ਰੈਜੈਂਟ ਫਾਰਮ। ਕਹਿੰਦੇ ਜੋ ਫੀਚਰ ਰਿਲੀਫ ਫੀਚਰ ਅਸੀਂ ਮਾਊਂਟੇਨ ਜਾਂ ਪਲੇਟੂਸ ਪਲੇਨ ਇਲਾਕਾ ਦੇਖਦੇ ਹਾਂ, ਉਹ ਸਾਰਾ ਕੁਝ ਪ੍ਰੋਸੈਸ ਤਿਆਰ ਹੋਇਆ ਵਿਦਰਿੰਗ, ਇਰੋਜ਼ਨ ਔਰ ਡਿਪੋਜਨ ਦਾ ਕਰਕੇ। ਹੁਣ ਦੇਖੋ ਆਹ ਚਟਾਨ ਹੈ, ਇਹ ਭੁਰਦੀ ਪਈ ਆ, ਠੀਕ ਆ। ਅਗਰ ਭੁਰ ਕੇ ਤੇ ਇਹ ਕਾਫੀ ਮਾਤਰਾ ਦੇ ਵਿੱਚ ਇਹਦਾ ਮਟੀਰੀਅਲ ਇੱਥੇ ਇਕੱਠਾ ਹੁੰਦਾ ਜਾਏਗਾ, ਇਹ ਇੱਕ ਮਾਊਂਟੇਨ ਦਾ ਰੂਪ ਧਾਰਨ ਕਰ ਲੈਂਦੀ ਆ। ਅਗਰ ਇੱਕ ਨਦੀ ਵਹਿੰਦੀ ਪਈ ਆ, ਇਹ ਨਦੀ ਦੇ ਦੁਆਰਾ ਆਪਣੇ ਪਹਾੜਾਂ ਤੋਂ ਲਿਆਂਦੀ ਗਈ ਮਿੱਟੀ ਆਪਣੇ ਆਸ-ਪਾਸ ਦੇ ਇਲਾਕੇ 'ਚ ਵਿਛਾ ਦਿੱਤੀ ਜਾਂਦੀ ਆ। ਉਸ ਦੀ ਹੈਲਪ ਦੇ ਨਾਲ ਫਿਰ ਪਲੇਨ ਇਲਾਕਾ ਜਿਹੜਾ ਉਹ ਬਣ ਜਾਏਗਾ। ਅਗਰ ਇਸ ਪਹਾੜੀ ਦੇ ਉੱਪਰ ਮੀਂਹ ਬਾਰਿਸ਼ ਵਗੈਰਾ ਦੀ ਮਦਦ ਦੇ ਨਾਲ ਮਿੱਟੀ ਖੁਰਦੀ ਪਈ ਆ, ਉਸ ਦੇ ਨਾਲ ਉੱਪਰਲਾ ਸਿਰਾ ਖੁਰਨ ਦਾ ਕਰਕੇ ਪਲੇਟੂਸ ਇੱਕ ਪਠਾਰ ਦੀ ਸ਼ੇਪ ਜਿਹੜੀ ਉਹ ਸਾਡੇ ਸਾਹਮਣੇ ਹੋਂਦ ਵਿੱਚ ਆ ਸਕਦੀ ਆ। ਅਤੇ ਜਿੱਥੇ ਵੀ ਇਹ ਸਾਰਾ ਪਦਾਰਥ ਡਿਪੋਜੀਸ਼ਨ ਜਮ੍ਹਾਂ ਹੁੰਦਾ ਜਾਏਗਾ, ਉੱਥੇ ਸਾਨੂੰ ਇੱਕ ਨਵੀਂ ਭੂਮੀ ਆਕ੍ਰਿਤੀ ਪ੍ਰਾਪਤ ਹੋ ਜਾਏਗੀ। ਹੁਣ ਇਸ ਪੈਰਾਗ੍ਰਾਫ ਦੇ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਇਹ ਫਿਜ਼ੀਕਲ ਫੀਚਰ ਧਰਤੀ ਦੇ ਬਣਦੇ ਕਿਵੇਂ ਆ। ਹਰੇਕ ਜਿਹੜੇ ਸਾਡੇ ਜਿਓਲੋਜੀਕਲ ਸਾਇੰਟਿਸਟ ਆ, ਭੂ ਵਿਗਿਆਨੀ ਆ, ਮਤਲਬ ਧਰਤੀ ਦੇ ਨਾਲ ਸੰਬੰਧਿਤ ਗਿਆਨ ਰੱਖਣ ਵਾਲੇ ਲੋਕ ਆ, ਉਹਨਾਂ ਨੇ ਆਪਣੀਆਂ ਕੁਝ ਥਿਊਰੀਸ ਦੇ ਕੇ ਕੁਝ ਸਬੂਤਾਂ ਦੇ ਆਧਾਰ 'ਤੇ ਆਪਣੀ ਥਿਊਰੀ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਆ। ਕਿਉਂਕਿ ਹਰੇਕ ਲੋਕਾਂ ਦੀ, ਹਰੇਕ ਸਾਇੰਟਿਸਟ ਦੀ ਥਿੰਕਿੰਗ ਆਪਣੀ ਆਪਣੀ ਆ। ਆਪਾਂ ਇਹਦੀ ਪ੍ਰੈਜੈਂਟ ਐਗਜ਼ੈਂਪਲ ਵੇਖਦੇ ਹਾਂ ਕਿ ਹੁਣ ਜਿਵੇਂ ਸਾਡੇ ਵਰਲਡ ਦੇ ਵਿੱਚ ਕੋਵਿਡ-19 ਦਾ ਕਰਕੇ ਪ੍ਰੋਬਲਮ ਸਾਹਮਣੇ ਆਈ ਆ। ਹਰੇਕ ਲੋਕਾਂ ਦੇ ਇਸ ਦੇ ਬਾਰੇ ਆਪਣੇ ਵਿਚਾਰ ਆ। ਕੁਝ ਲੋਕਾਂ ਦਾ ਕਹਿਣਾ ਕਿ ਇਹ ਚੀਨ ਦੀ ਵੈਟ ਮਾਰਕੀਟ ਤੋਂ ਨਿਕਲਿਆ ਵਾਇਰਸ ਆ, ਕੁਝ ਦਾ ਕਹਿਣਾ ਕਿ ਵੁਹਾਨ ਦੀ ਲੈਬ ਤੋਂ ਨਿਕਲਿਆ ਹੋਇਆ ਵਾਇਰਸ ਆ। ਹਰੇਕ ਨੇ ਆਪਣੀ ਗੱਲ ਨੂੰ ਇੱਕ ਆਧਾਰ, ਇੱਕ ਪ੍ਰੂਫ ਕਰਨ ਵਾਸਤੇ ਕੋਈ ਸਬੂਤ ਜਾਂ ਕੁਝ ਧਾਰਨਾਵਾਂ ਜਿਹੜੀਆਂ ਅਪਣਾਈਆਂ ਹੋਈਆਂ। ਇਸੇ ਤਰੀਕੇ ਨਾਲ ਇਹ ਪਲੇਟਸ ਜਾਂ ਇਹ ਭੂਮੀ ਆਕ੍ਰਿਤੀਆਂ ਕਿਵੇਂ ਬਣੀਆਂ ਹੈ, ਉਹਨਾਂ ਨੂੰ ਸਹੀ ਸਾਬਿਤ ਕਰਨ ਵਾਸਤੇ ਵਿਗਿਆਨੀਆਂ ਵੱਲੋਂ ਕੁਝ ਪ੍ਰੂਫ ਜਿਹੜੇ ਸਾਡੇ ਸਾਹਮਣੇ ਐਵੀਡੈਂਸ ਦਿੱਤੇ ਜਾਂਦੇ ਆ। ਇਹਨਾਂ ਥਿਊਰੀਆਂ ਦੇ ਵਿੱਚੋਂ ਇੱਕ ਸਭ ਤੋਂ ਮੰਨਣਯੋਗ ਜਿਹੜੀ ਪਲੋਜ਼ੀਬਲ ਮਤਲਬ ਮੰਨਣਯੋਗ ਸਵੀਕਾਰ ਕਰਨਯੋਗ ਥਿਊਰੀ ਆ, ਉਹ ਹੈ ਥਿਊਰੀ ਆਫ ਪਲੇਟ ਟੈਕਟੋਨਿਕ। ਇਹ ਥਿਊਰੀ ਆਫ ਪਲੇਟ ਟੈਕਟੋਨਿਕ ਆ। ਅਕੋਰਡਿੰਗ ਟੂ ਦਿਸ ਥਿਊਰੀ ਦਾ ਕਰਸਟ ਅਪਰ ਪਾਰਟ ਆਫ ਦਾ ਅਰਥ, ਕਰਸਟ ਮਤਲਬ ਧਰਤੀ ਦਾ ਉੱਪਰਲਾ ਪਾਰਟ, ਉਹਦਾ ਅਰਥ ਹੈਜ਼ ਬੀਨ ਫਾਰਮਡ ਆਊਟ ਆਫ ਦਾ 7 ਮੇਜਰ ਐਂਡ ਦਾ ਸਮ ਮਾਈਨਰ ਪਲੇਟਸ। ਕਿ ਧਰਤੀ ਦਾ ਉੱਪਰਲਾ ਭਾਗ 7 ਵੱਡੀਆਂ ਅਤੇ ਛੋਟੀਆਂ ਪਲੇਟਸ ਦੇ ਨਾਲ ਮਿਲਾ ਕੇ ਬਣਿਆ ਹੋਇਆ ਹੈ। ਇਹਨਾਂ ਪਲੇਟਸ ਦੇ ਨਾਲ ਕਿਵੇਂ ਬਣਿਆ ਹੈ, ਕਿਉਂਕਿ ਧਰਤੀ ਦੇ ਹੇਠਾਂ ਜੋ ਧਰਤੀ ਦੀਆਂ ਪਲੇਟਸ ਹੈ ਇਹ ਲਗਾਤਾਰ ਮੂਵਮੈਂਟ ਕਰਦੀਆਂ ਰਹਿੰਦੀਆਂ। ਇਹ ਮੋਲਟਨ ਮੈਗਮਾ ਦੇ ਉੱਪਰ ਪਲੇਟਸ ਜਿਹੜੀਆਂ ਸਥਿਰ ਆ, ਜੋ ਕਿ ਲਗਾਤਾਰ ਅੱਗੇ ਨੂੰ ਹੌਰੀਜ਼ੈਂਟਲੀ ਜਾਂ ਡਿਵਰਟਿੰਗ ਉਹਦਾ ਕਨਵਰਜੈਂਟ ਅਕੋਰਡਿੰਗ ਹਮੇਸ਼ਾ ਮੂਵਮੈਂਟ ਕਰਦੀਆਂ ਨੇ। ਕਨਵਰਜੈਂਟ ਔਰ ਡਿਵਰਟਿੰਗ ਦਾ ਜਿਹੜਾ ਇੱਥੇ ਪ੍ਰੋਸੈਸ ਤੁਹਾਨੂੰ ਸਮਝਾ ਦਿੰਦਾ ਹੈ। ਹੁਣ ਦੇਖੋ ਮੇਰੇ ਕੋਲ ਜਿਵੇਂ ਇੱਕ ਰਜਿਸਟਰ ਪਿਆ ਹੋਇਆ, ਇੱਕ ਡਾਇਰੀ ਪਈ ਹੈ। ਇਸ ਨੂੰ ਦੇਖੋ, ਅਗਰ ਆਪਾਂ ਇਹਨੂੰ ਓਪਨ ਕਰਦੇ ਹਾਂ, ਦੇਖਦੇ ਹਾਂ ਇਹਦੇ ਵਿੱਚ ਬਹੁਤ ਸਾਰੇ ਪੇਜਿਸ ਆ ਜਿਨ੍ਹਾਂ ਨੂੰ ਮਿਲਾ ਕੇ ਪੂਰੀ ਇੱਕ ਕੰਪਲੀਟ ਡਾਇਰੀ ਤਿਆਰ ਹੋਈ ਹੈ। ਇਸੇ ਤਰੀਕੇ ਦੇ ਨਾਲ ਸਾਡੀ ਅਰਥ ਇਹ ਵੱਖ-ਵੱਖ ਰੌਕਸ ਨੂੰ ਮਿਲਾ ਕੇ ਬਣੀ ਹੋਈ। ਜਿਹੜੀ ਧਰਤੀ ਦੀ ਲੇਅਰ ਆਪਾਂ ਉੱਪਰਲੀ ਦੇਖ ਲੈਂਦੇ, ਇਹ ਨਹੀਂ ਕਿ ਪੂਰੀ ਜਿਹੜੀ ਡੈਪਥ ਤੱਕ ਇਹੀ ਲੇਅਰ ਚੱਲਦੀ ਹੈ। ਅਗਰ ਤੁਸੀਂ ਦੇਖਿਆ ਹੋਏਗਾ, ਕਦੇ ਬੋਰ ਕੀਤਾ ਹੋਏਗਾ, ਤੁਸੀਂ ਆਪਣੇ ਲਾਗੇ ਬੰਨੇ ਜਾਂ ਬੋਰ ਕਰਨ ਵਾਲਿਆਂ ਨੇ ਦੇਖਿਆ ਹੋਏਗਾ, ਜਦੋਂ ਬੋਰ ਕਰਦੇ ਆ ਸਟਾਰਟਿੰਗ ਦੇ ਵਿੱਚ ਸਾਡੇ ਕੋਲ ਬੋਰ ਦੀ ਜਿਹੜੀ ਬੋਕੀ ਹੁੰਦੀ ਆ, ਉਸ ਦੇ ਨਾਲ ਮਿੱਟੀ ਬਾਹਰ ਆਉਂਦੀ ਆ। ਜਦੋਂ ਆਪਾਂ 30-40 ਫੁੱਟ ਡੂੰਘਾ ਥੱਲੇ ਬੋਰ ਕਰ ਲੈਂਦੇ ਹਾਂ, ਪਾਣੀ ਆਉਣਾ ਸ਼ੁਰੂ ਹੋ ਜਾਂਦਾ, ਕੁਝ ਗੰਧਲੀ ਰੇਤਾ ਆਉਂਦੀ ਆ। ਅਗਰ ਉਸ ਤੋਂ ਵੀ ਨੀਚੇ ਆਪਾਂ ਜਾਂਦੇ ਹਾਂ, ਫਿਰ 50-60 ਤੋਂ ਉੱਪਰ ਜਾ ਕੇ ਜਾਂ 80-90 ਤੱਕ ਜਾ ਕੇ ਕੁਝ ਇਲਾਕਿਆਂ ਦੇ ਵਿੱਚ ਰੇਤ ਆਉਣੀ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਦੀ ਰੇਤ ਆਪਾਂ ਘਰਾਂ ਦੇ ਵਿੱਚ ਪਲਸਤਰ ਵਗੈਰਾ ਜਾਂ ਸੀਮੈਂਟ ਦੇ ਵਿੱਚ, ਕੰਕਰੀਟ ਦੇ ਵਿੱਚ ਯੂਜ਼ ਕਰਦੇ ਹਾਂ, ਉਹ ਰੇਤਾ ਆਉਣੀ ਸ਼ੁਰੂ ਕਰਦੀ ਹੈ। ਇਹ ਚੀਜ਼ਾਂ ਸਾਬਿਤ ਕਰਦੀਆਂ ਕਿ ਧਰਤੀ ਦੀ ਲੇਅਰ ਸੇਮ ਇੱਕੋ ਜਿਹੀ ਨਹੀਂ ਹੈਗੀ ਆ। ਜਿਉਂ-ਜਿਉਂ ਆਪਾਂ ਡੈਪਥ ਦੇ ਵਿੱਚ ਜਾਈ ਜਾਵਾਂਗੇ, ਧਰਤੀ ਦੀ ਲੇਅਰਸ, ਪਲੇਟਸ ਦਾ ਰੰਗ ਰੂਪ, ਰੌਕਸ ਅਲੱਗ-ਅਲੱਗ ਤਰ੍ਹਾਂ ਦੀਆਂ ਹੋਣਗੀਆਂ। ਹੁਣ ਇਹ ਪਲੇਟਸ ਜਦੋਂ ਮੂਵਮੈਂਟ ਕਰਦੀਆਂ, ਇਹਨਾਂ ਦੀ ਹੈਲਪ ਦੇ ਨਾਲ ਫੋਲਡਿੰਗ ਵੋਲਕੈਨਿਕ ਐਕਟੀਵਿਟੀ ਜਿਹੜੀਆਂ ਉੱਭਰਦੀਆਂ ਨੇ। ਫੋਲਡਿੰਗ ਮਤਲਬ ਜਿਸ ਤਰ੍ਹਾਂ ਆਪਾਂ ਆਹ ਚੀਜ਼ ਕੋਈ ਫੋਲਡ ਕਰ ਲੈਂਦੇ ਹਾਂ। ਫੋਲਡਿੰਗ ਮਤਲਬ ਇਹਨਾਂ ਦੇ ਵਿੱਚ ਕੋਈ ਤਰੇੜ ਆ ਜਾਣੀ, ਦਰਾੜ ਪੈ ਜਾਣੀ। ਵੋਲਕੈਨਿਕ ਐਕਟੀਵਿਟੀ ਜਵਾਲਾਮੁਖੀ ਦਾ ਫਟਣਾ। ਬਰੋਡਲੀ ਦੀਜ਼ ਪਲੇਟਸ ਮੂਵਮੈਂਟ ਆਰ ਕਲਾਸੀਫਾਈਡ। ਕਹਿੰਦੇ ਇਹ ਮੂਵਮੈਂਟ ਪਲੇਟਸ ਦੀ ਜਿਹੜਾ ਵਾ 3 ਤਰ੍ਹਾਂ ਦੇ ਵਿੱਚ ਜਾਂ 3 ਪਾਰਟਸ ਦੇ ਵਿੱਚ ਅਸੀਂ ਡਿਵਾਈਡ ਕਰ ਦਿੰਦੇ ਹਾਂ।
ਇੱਕ ਹੈ ਕਨਵਰਜੈਂਟ ਬਾਉਂਡਰੀ ਮਤਲਬ ਜਦੋਂ ਪਲੇਟਸ ਇੱਕ ਦੂਸਰੇ ਵੱਲ ਨੂੰ ਆ ਜਾਂਦੀਆਂ, ਮਤਲਬ ਇਹ ਪਲੇਟਸ ਜਿਹੜੀ ਇਹਦੇ ਵੱਲ ਆ ਰਹੀ ਆ, ਇਹ ਪਲੇਟਸ ਇਹਦੇ ਵੱਲ ਆ ਰਹੀ ਆ। ਨੈਕਸਟ ਇੱਕ ਆ ਜਾਂਦਾ ਸਾਡੇ ਕੋਲ ਡਿਵਰਜੈਂਟ ਬਾਉਂਡਰੀ, ਜਦੋਂ ਧਰਤੀ ਦੇ ਹੇਠਾਂ ਪਲੇਟਸ ਮੂਵਮੈਂਟ ਕਰਦੀਆਂ ਹੋਈਆਂ ਇੱਕ ਦੂਸਰੇ ਤੋਂ ਦੂਰ ਜਾਣਾ ਸ਼ੁਰੂ ਕਰਦੀਆਂ, ਮਤਲਬ ਇੱਕ ਦੂਸਰੇ ਓਪੋਜਿਟ ਸਾਈਡ 'ਤੇ ਜਾਂਦੀਆਂ ਨੇ। ਥਰਡ ਸਾਡੇ ਕੋਲ ਆ ਜਾਂਦੀ ਹੈ ਟਰਾਂਸਫਾਰਮ ਬਾਉਂਡਰੀ ਦੇ ਵਿੱਚ ਪਲੇਟਸ ਜਾਂ ਤਾਂ ਇੱਕ ਦੂਸਰੇ ਪੈਰਲਰ ਮਤਲਬ ਬਰਾਬਰ ਚੱਲਣਾ ਸ਼ੁਰੂ ਕਰ ਦਿੰਦੀਆਂ ਨੇ, ਜਾਂ ਇੱਕ ਦੂਸਰੇ ਉਲਟੀ ਸਾਈਡ 'ਤੇ ਹੌਰੀਜੈਂਟਲੀ ਚੱਲਦੀਆਂ ਨੇ, ਜਾਂ ਕਈ ਵਾਰ ਇੱਕ ਪਲੇਟ ਦੂਸਰੀ ਪਲੇਟ ਦੇ ਉੱਪਰ ਮਰਜ ਹੋ ਜਾਂਦੀ ਆ, ਉਸ ਨੂੰ ਦਬਾ ਕੇ ਆਪ ਉਸ ਦਾ ਰਸਤਾ ਜਾਂ ਉਸ ਦੀ ਜਗ੍ਹਾ ਸੀਜ਼ ਕਰ ਲਈ ਜਾਂਦੀ ਹੈ। ਹੁਣ ਇਹਨਾਂ ਕਾਰਨ ਕੀ ਹੁੰਦਾ ਕਿ ਜਦੋਂ ਕੁਝ ਪਲੇਟਸ ਆਪਸ ਦੇ ਵਿੱਚ ਮੂਵਮੈਂਟ ਕਰਦੀਆਂ ਇਹ ਟਕਰਾ ਜਾਂਦੀਆਂ, ਟੱਕਰ ਦੇ ਨਾਲ ਕਈ ਵਾਰ ਇਹਨਾਂ ਦੇ ਵਿੱਚ ਟੁੱਟ ਭੱਜ ਦੇ ਨਾਲ ਤਰੇੜਾਂ ਪੈ ਜਾਂਦੀਆਂ ਨੇ, ਅਤੇ ਕਈ ਵਾਰੀ ਟੁੱਟ ਭੱਜ ਦੇ ਨਾਲ ਕੁਝ ਟੁਕੜੇ ਧਰਤੀ ਦੇ ਉੱਪਰਲੀ ਸੌਫਟ ਲੇਅਰ ਦੇ ਕੇ ਧਰਤੀ ਦੀ ਸਰਫੇਸ ਦੇ ਉੱਪਰ ਆਉਣਾ ਸ਼ੁਰੂ ਹੋ ਜਾਂਦੇ ਨੇ। ਧਰਤੀ ਦੀਆਂ ਇਹਨਾਂ ਪਲੇਟਸ ਦੀ ਮੂਵਮੈਂਟਸ ਜੋ ਲਗਾਤਾਰ ਹੁੰਦੀ ਰਹਿੰਦੀ ਹੈ, ਕਈ ਮਿਲੀਅਨ ਸਾਲਾਂ ਬਾਅਦ ਇਹਨਾਂ ਨੇ ਕੰਟੀਨੈਂਟ ਦੀ ਸ਼ੇਪ ਦੇ ਵਿੱਚ, ਕੰਟੀਨੈਂਟ ਦੇ ਰੂਪ ਔਰ ਪੋਜੀਸ਼ਨ ਦੇ ਵਿੱਚ ਬਦਲਾਅ ਕਰ ਦਿੱਤਾ। ਮਤਲਬ ਹੁਣ ਦੇਖੋ ਇਸ ਪੈਰਾਗ੍ਰਾਫ ਨੂੰ ਆਪਾਂ ਸਮਝਦੇ ਹਾਂ। ਆਹ ਸਾਡੇ ਕੋਲ ਪੂਰਾ ਵਰਲਡ ਦਾ ਮੈਪ ਦਿੱਤਾ, ਜਿਹਦੇ ਵਿੱਚ ਸਾਡੇ ਕੋਲ 7 ਕੰਟੀਨੈਂਟ ਦਿਖਾਏ ਗਏ ਆ। ਇਹਨਾਂ 7 ਕੰਟੀਨੈਂਟ ਨੂੰ ਜਿਸ ਤਰ੍ਹਾਂ ਅਸੀਂ ਅੱਜ ਦੇਖਦੇ ਹਾਂ, ਪਹਿਲਾਂ ਇਹਨਾਂ ਦੀ ਏਰੀਆ ਔਰ ਸ਼ੇਪ ਸੇਮ ਇਸੇ ਤਰ੍ਹਾਂ ਦੀ ਨਹੀਂ ਸੀ। ਪਹਿਲਾਂ ਕੀ ਹੁੰਦਾ ਸੀ, ਆਹ ਦੇਖੋ ਮੈਂ ਮਾਰਕ ਕੀਤੇ ਹੋਏ ਆ, ਇੰਡੋ ਆਸਟ੍ਰੇਲੀਅਨ ਪਲੇਟ, ਅਫਰੀਕਨ ਪਲੇਟਸ, ਇੰਡੀਆ, ਰੂਸ਼ਨ ਪਲੇਟ, ਸਾਊਥ ਅਮਰੀਕਨ ਪਲੇਟਸ ਔਰ ਅੰਟਾਰਕਟਿਕਾ। ਮਤਲਬ ਇਹ ਸਾਰੇ ਕੰਟੀਨੈਂਟ ਦੀ ਅਰਥ, ਧਰਤੀ, ਜ਼ਮੀਨ ਸੇਮ ਸੀ। ਇਹਨਾਂ ਦੇ ਵਿੱਚ ਕੋਈ ਦਰਾੜ ਜਾਂ ਕੋਈ ਵੀ ਪਾਣੀ ਦਾ ਸੋਰਸਿਸ ਜਾਂ ਕਹਿ ਸਕਦੇ ਹਾਂ ਓਸ਼ਨ ਨਹੀਂ ਸੀ ਹੈਗਾ। ਪਹਿਲਾਂ ਇਹ ਸਾਰੇ ਇੱਕ ਕੰਟੀਨੈਂਟ ਸੀ। ਮਤਲਬ ਹੁਣ ਜੋ ਅਲੱਗ-ਅਲੱਗ ਦੇਖਦੇ ਪਏ, ਸਾਊਥ ਅਮਰੀਕਾ ਇੱਥੇ ਆ, ਸਾਊਥ ਅਫਰੀਕਾ ਇੱਥੇ ਆ, ਆਸਟ੍ਰੇਲੀਆ ਇੱਥੇ ਆ, ਅੰਟਾਰਕਟਿਕਾ, ਇੰਡੀਆ, ਰੂਸ਼ੀਆ, ਮਤਲਬ ਯੂਰਪ ਔਰ ਏਸ਼ੀਆ ਦੀ ਧਰਤੀ, ਇਹ ਸਾਰੇ ਆਪਾਂ ਹੁਣ ਅਲੱਗ-ਅਲੱਗ ਦੇਖਦੇ ਪਏ ਹਾਂ। ਪਹਿਲਾਂ ਮਿਲੀਅਨ ਸਾਲ, ਲੱਖਾਂ ਸਾਲ ਪਹਿਲਾਂ ਇਹ ਸਾਰੀ ਇੱਕ ਹੀ ਧਰਤੀ ਸੀ। ਲਗਾਤਾਰ ਇਸ ਦੇ ਵਿੱਚ ਪਾਣੀ ਦੇ ਵਹਿਣ ਦਾ ਕਰਕੇ, ਪਾਣੀ ਦੀ ਤੇਜ਼ ਧਾਰਾ ਦੇ ਨਾਲ ਇਸ ਦੇ ਵਿੱਚ ਦਰਾੜਾਂ ਪੈ ਗਈਆਂ। ਦਰਾੜਾਂ ਪੈਣ ਦੇ ਨਾਲ ਇਸ ਦੀਆਂ ਪਲੇਟਸ ਨੂੰ ਮੂਵਮੈਂਟ ਕਰਕੇ ਧਰਤੀ ਦੇ ਅਲੱਗ-ਅਲੱਗ ਪਾਰਟ ਬਣਾ ਦਿੱਤੇ। ਪਹਿਲਾਂ ਇਹਨਾਂ ਸਾਰੇ ਜਦੋਂ ਇਕੱਠੀ ਧਰਤੀ ਦਾ ਇੱਕੋ ਭਾਗ ਸੀ ਇਹ, ਉਦੋਂ ਅਸੀਂ ਇਸ ਨੂੰ ਗੋਂਡਵਾਨਾ ਲੈਂਡ ਬੋਲਦੇ ਸੀ। ਪਾਣੀ ਦੀ ਵਹਿ ਰਹੀ ਤੇਜ਼ ਧਾਰਾ ਨੇ ਇਸ ਨੂੰ ਕਈ ਭਾਗਾਂ ਦੇ ਵਿੱਚ ਤੋੜ ਦਿੱਤਾ, ਵੰਡ ਦਿੱਤਾ। ਇਸ ਦੇ ਨਤੀਜੇ ਵਜੋਂ ਇੰਡੋ ਆਸਟ੍ਰੇਲੀਅਨ ਪਲੇਟਸ ਨੇ ਨਾਰਥ ਵੱਲ ਨੂੰ ਵਹਿਣਾ ਸ਼ੁਰੂ ਕਰ ਦਿੱਤਾ। ਮਤਲਬ ਇਸ ਤੋਂ ਗੋਂਡਵਾਨਾ ਲੈਂਡ ਤੋਂ ਵੱਖ ਹੋ ਕੇ ਇੰਡੋ ਆਸਟ੍ਰੇਲੀਅਨ ਪਲੇਟਸ ਨਾਰਥ ਵਾਲੀ ਸਾਈਡ ਨੂੰ ਚੱਲ ਗਈਆਂ। The northward drift resulted in the collision of the plates with the much larger Eurasian plates। ਔਰ ਨਾਰਥ ਵਾਲੀ ਸਾਈਡ 'ਤੇ ਵਹਿੰਦੀਆਂ ਹੋਈਆਂ ਪਲੇਟਸ ਦੀ ਓਰੂਸ਼ੀਅਨ ਪਲੇਟਸ ਦੇ ਨਾਲ ਇੱਕ ਜ਼ਬਰਦਸਤ ਜਾਂ ਵੱਡੀ ਟੱਕਰ ਹੋਈ। ਡਿਊ ਟੂ ਦਿਸ ਕੋਲੀਜ਼ਨ, ਇਸ ਟੱਕਰ ਦੇ ਨਤੀਜੇ ਵਜੋਂ ਦਾ ਸੈਡੀਮੈਂਟਰੀ ਰੌਕਸ ਵਿਚ ਵਾਰ ਅਕੋਮੋਲੇਟਡ ਇਨ ਦਾ ਜਿਓਸਿਨਕਲਾਈਨ ਨਾਉਨ ਐਜ਼ ਦਾ ਟੈਥੀਸ ਵਾਰ ਫੋਲਡਡ ਟੂ ਫਾਰਮ ਦਾ ਮਾਊਂਟੇਨ ਸਿਸਟਮ ਆਫ ਦਾ ਵੈਸਟਰਨ ਏਸ਼ੀਆ ਐਂਡ ਹਿਮਾਲਯਨ। Now first understand the geosyncline word. Sometimes we found the mountain fold like that. Now the upper part is called the anticline and the beneath part known as the syncline। ਹੁਣ ਇਹਨਾਂ ਦੀ ਟੱਕਰ ਦੇ ਨਤੀਜੇ ਵਜੋਂ ਸਿਨਕਲਾਈਨ ਨੀਚੇ ਵਾਲਾ ਹਿੱਸਾ ਹੀ, ਜਿਸ ਨੂੰ ਅਸੀਂ ਤੈਥੀਸ ਨਾਮ ਦੇ ਨਾਲ ਜਾਣਦੇ ਸੀ, ਫੋਲਡਡ ਟੂ, ਇਸ ਦੇ ਵਿੱਚ ਸੈਡੀਮੈਂਟਰੀ ਰੌਕਸ, ਮਤਲਬ ਸੈਡੀਮੈਂਟਰੀ ਅਸੀਂ ਪੜ੍ਹਦੇ ਹਾਂ ਜਿਵੇਂ ਨਦੀਆਂ ਆਪਣੇ ਨਾਲ ਗਾਰ, ਮਿੱਟੀ ਵਗੈਰਾ ਜੋ ਵੀ ਖੋਰ ਕੇ ਲਿਆਉਂਦੀਆਂ ਨੇ, ਉਸ ਨੂੰ ਅਸੀਂ ਸੈਡੀਮੈਂਟਰੀ ਬੋਲਦੇ ਹਾਂ। ਇਹ ਸਾਰਾ ਕੁਛ ਹੁਣ ਤੈਥੀਸ ਪਰਬਤ ਦੇ ਵਿੱਚ, ਤੈਥੀਸ ਭਾਗ ਦੇ ਵਿੱਚ, ਸਿਨਕਲਾਈਨ ਦੇ ਵਿੱਚ ਇਹ ਸਾਰਾ ਸੈਡੀਮੈਂਟਰੀ ਜਮ੍ਹਾਂ ਹੋ ਗਿਆ, ਜਿਸ ਦੇ ਨਤੀਜੇ ਵਜੋਂ ਏਸ਼ੀਆ ਦੇ ਵੈਸਟਰਨ ਵਿੱਚ ਹਿਮਾਲਿਆ ਪਰਬਤ ਦਾ ਜਨਮ ਹੋ ਗਿਆ। ਮਤਲਬ ਹਿਮਾਲਿਆ ਦਾ ਜਨਮ ਤੈਥੀਸ ਪਰਬਤ ਦੇ ਵਿੱਚ ਸੈਡੀਮੈਂਟਰੀ ਰੌਕਸ ਨੇ ਜੋ ਵੀ ਆਪਣਾ ਮਟੀਰੀਅਲ ਲਿਆਂਦਾ ਸੀ ਇੱਥੇ ਜਮ੍ਹਾਂ ਕਰਨ ਨਾਲ ਹਿਮਾਲਿਆ ਪਰਬਤ ਦਾ ਉਭਾਰ ਹੋ ਗਿਆ। ਨੈਕਸਟ ਸਾਡੇ ਕੋਲ ਇਸ ਪੈਰਾਗ੍ਰਾਫ ਦੇ ਵਿੱਚ ਆਉਂਦਾ ਹੈ ਹਿਮਾਲਿਅਨ ਅਪਲਿਫਟ ਆਊਟ ਆਫ ਦਾ ਤੈਥੀਸ ਸੀ ਐਂਡ ਦਾ ਸਬਸੀਡੈਂਸ ਦਾ ਹੁੰਦਾ ਹੈ ਡੁੱਬ ਜਾਣਾ ਆਫ ਦਾ ਨਾਰਥਰਨ ਫਲੈਂਕ ਆਫ ਦਾ ਪੈਨਿਨਸੂਲਰ ਪਲੇਟੂ ਰਿਜ਼ਲਟਡ ਇਨ ਦਾ ਫਾਰਮੇਸ਼ਨ ਆਫ ਏ ਲਾਰਜ ਬੇਸਿਨ। ਬੇਸਿਨ ਇਲਾਕਾ ਅਸੀਂ ਉਸ ਇਲਾਕੇ ਨੂੰ ਬੋਲਦੇ ਹਾਂ ਜਦੋਂ ਇੱਕ ਨਦੀ
ਆਪਣੇ ਵੱਲੋਂ ਲਿਆਂਦੀ ਹੋਈ ਮਿੱਟੀ ਜਾਂ ਜੋ ਵੀ ਮਟੀਰੀਅਲ ਆਸ-ਪਾਸ ਦੇ ਇਲਾਕੇ ਵਿੱਚ ਵਿਛਾ ਦਿੰਦੀ ਆ। ਉਸ ਦੇ ਨਾਲ ਜੋ ਪਲੇਨ ਇਲਾਕਾ ਬਣਦਾ ਉਸ ਨੂੰ ਅਸੀਂ ਬੇਸਿਨ ਬੋਲਦੇ ਹਾਂ। ਹੁਣ ਇੱਥੇ ਦੋ ਇਲਾਕਿਆਂ ਦੀ ਗੱਲ ਕੀਤੀ ਗਈ ਹੈ, ਇੱਕ ਤੇ ਹਿਮਾਲਿਅਨ, ਸੈਕਿੰਡ ਸਾਈਡ 'ਤੇ ਨਾਰਥਨ ਇਲਾਕੇ ਦੀ, ਇੱਕ ਉਹਨਾਂ ਗੱਲ ਕੀਤੀ ਹੈ ਪੈਨਿਨਸੂਲਰ ਪਲੇਟੂ ਜੋ ਕਿ ਸਾਊਥ ਵਿੱਚ ਮੌਜੂਦ ਆ। ਟੈਥੀਸ ਪਰਬਤ ਦੇ ਬਾਹਰ ਕਹਿੰਦੇ ਹਿਮਾਲਿਆ ਦੀਆਂ ਉੱਭਰੀਆਂ ਹੋਈਆਂ ਚੋਟੀਆਂ, ਮਤਲਬ ਹਿਮਾਲਿਆ ਦੇ ਕੋਈ ਉੱਚੇ ਉੱਠੇ ਹੋਏ ਭਾਗ, ਅਤੇ ਦੱਖਣ ਦੇ ਵਿੱਚ ਪੈਨਿਨਸੂਲਰ ਪਲੇਟੂ ਦੇ ਕੋਲ ਉੱਭਰੇ ਹੋਏ ਭਾਗ ਹੌਲੀ ਹੌਲੀ ਟੈਥੀਸ ਸਮੁੰਦਰ ਦੇ ਵਿੱਚ ਡੁੱਬ ਗਏ, ਜਿਸ ਦੇ ਨਾਲ ਇੱਕ ਵੱਡਾ ਬੇਸਨ ਇਲਾਕਾ ਬਣ ਕੇ ਤਿਆਰ ਹੋ ਗਿਆ। ਇਨ ਡਿਊ ਕੋਰਸ ਆਫ ਟਾਈਮ ਦਿਸ ਡਿਪਰੈਸ਼ਨ ਗ੍ਰੈਜੂਅਲੀ ਗੋਟ ਫਿਲਡ ਵਿਦ ਦਾ ਡੈਪੋਜੀਸ਼ਨ ਆਫ ਦਾ ਸੈਡੀਮੈਂਟਰੀ। ਕਹਿੰਦੇ ਹੌਲੀ ਹੌਲੀ ਇਸ ਇਲਾਕੇ ਨੂੰ ਨਦੀਆਂ ਦੁਆਰਾ ਲਿਆਂਦੇ ਗਏ ਸੈਡੀਮੈਂਟਰੀ ਦੇ ਰੌਕਸ ਦੇ ਨਾਲ ਫਿਲ ਕਰ ਦਿੱਤਾ ਗਿਆ। ਮਤਲਬ ਨਦੀਆਂ ਨੇ ਆਪਣੇ ਆਪ ਇਹਨਾਂ ਨੂੰ ਆਪਣੇ ਨਾਲ ਲਿਆਂਦੀ ਗਾਰ ਦੇ ਨਾਲ ਸੈਡੀਮੈਂਟ ਦੇ ਨਾਲ ਫਿਲ ਕਰ ਦਿੱਤਾ। A flat land of the extensive alluvial deposit led to the formation of the northern plains of India, ਜਿਸ ਦੇ ਨਤੀਜੇ ਵਜੋਂ ਉੱਤਰੀ ਭਾਰਤ ਦੇ ਵਿੱਚ ਓਲੋਵੀਅਲ ਇੱਕ ਮਿੱਟੀ ਦੀ ਕਿਸਮ ਹੈ, ਓਲੋਵੀਅਲ ਸੋਲ ਦੇ ਮੈਦਾਨ ਬਣ ਕੇ ਤਿਆਰ ਹੋ ਗਏ। The land of the India display great physical variation। ਭਾਰਤ ਦੀ ਜ਼ਮੀਨ ਦੇ ਵਿੱਚ ਕਹਿੰਦੇ ਕਈ ਫਿਜ਼ੀਕਲ ਸਰੀਰਕ ਵਿਸ਼ੇਸ਼ਤਾਵਾਂ ਨੇ, ਵਖਰੇਵਾਂ ਹੈ। Geological, the peninsular plateau constitute one of the ancient landmass on the earth surface। ਕਹਿੰਦੇ ਧਰਤੀ ਦੇ ਸਰਫੇਸ ਦੇ ਉੱਪਰ ਪਾਏ ਜਾਣ ਵਾਲੇ ਲੈਂਡਫਾਰਮਸ ਭੂਮੀ ਆਕ੍ਰਿਤੀਆਂ ਦੇ ਵਿੱਚੋਂ ਪੈਨਿਨਸੂਲਰ ਪਲੇਟੂਸ ਦੱਖਣੀ ਪਠਾਰ ਧਰਤੀ ਦੇ ਉੱਪਰ ਪਾਈਆਂ ਜਾਣ ਵਾਲੀਆਂ ਭੂਮੀ ਆਕ੍ਰਿਤੀਆਂ ਵਿੱਚੋਂ ਸਭ ਤੋਂ ਪੁਰਾਣੀ ਇੱਕ ਆਕ੍ਰਿਤੀ ਹੈ ਜੋ ਇੰਡੀਆ ਦੇ ਵਿੱਚ ਪਾਈ ਜਾਂਦੀ ਹੈ। ਮਤਲਬ ਜੋ ਸਾਡਾ ਪੈਨਿਨਸੂਲਰ ਪਲੇਟੂ ਉਹ ਸਭ ਤੋਂ ਪੁਰਾਣਾ ਧਰਤੀ ਦੇ ਉੱਪਰ ਪਾਇਆ ਜਾਣ ਵਾਲਾ ਪਠਾਰ ਹੈ, ਅਤੇ ਇਹ ਭਾਰਤ ਦਾ ਜਿਹੜਾ ਸੁਭਾਗ ਹੈ, ਕਹਿ ਸਕਦੇ ਹਾਂ ਕਿ ਇਹ ਭਾਰਤ ਦੇ ਵਿੱਚ ਹੀ ਇਹ ਮਾਣ ਪ੍ਰਾਪਤ ਹੋਇਆ ਕਿ ਇਹ ਸਭ ਤੋਂ ਜ਼ਿਆਦਾ ਪੁਰਾਣਾ ਪਠਾਰ ਭਾਰਤ ਦੇ ਵਿੱਚ ਮੌਜੂਦ ਹੈ। ਇਟ ਵਾਜ਼ ਸਪੋਜ਼ ਟੂ ਬੀ ਦਾ ਵਨ ਆਫ ਦਾ ਮੋਸਟ ਸਟੇਬਲ ਲੈਂਡ ਬਲੋਕਸ। ਕਹਿੰਦੇ ਇਸ ਨੂੰ ਸਭ ਤੋਂ ਜ਼ਿਆਦਾ ਸਟੇਬਲ ਲੈਂਡ ਬਲੋਕਸ ਆਖਿਆ ਜਾਂਦਾ ਕਿ ਮਤਲਬ ਕਿ ਧਰਤੀ ਦੀਆਂ ਪਲੇਟਸ ਦੀ ਮੂਵਮੈਂਟ ਦੇ ਨਾਲ ਵੀ ਇਹਦੇ ਉੱਪਰ ਕੋਈ ਜ਼ਿਆਦਾ ਫਰਕ ਨਹੀਂ ਪਿਆ। ਹੋਰ ਵੀ ਬਾਹਰੀ ਸਰਫੇਸ ਦੇ ਉੱਪਰ ਪ੍ਰੈਸ਼ਰ ਲੱਗਣ ਦੇ ਨਾਲ ਜਾਂ ਦਬਾਅ ਪੈਣ ਦੇ ਨਾਲ ਇਸ ਦੇ ਵਿੱਚ ਕੋਈ ਚੇਂਜਿਸ ਨਹੀਂ ਆਈਆਂ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਦਾ ਹਿਮਾਲਯਨ ਐਂਡ ਦਾ ਨਾਰਥਨ ਪਲੇਟਸ ਆਰ ਦਾ ਮੋਸਟ ਰੀਸੈਂਟ ਲੈਂਡਫਾਰਮਸ। ਮੋਸਟ ਰੀਸੈਂਟ ਮਤਲਬ ਜੋ ਕਿ ਤਾਜ਼ੀਆਂ ਜਾਂ ਦੂਸਰਿਆਂ ਦੇ ਨਾਲੋਂ ਲੈਂਡਫਾਰਮਸ ਨਵੀਆਂ ਭੂਮੀ ਆਕ੍ਰਿਤੀਆਂ ਨੇ। ਕਹਿੰਦੇ ਹਿਮਾਲਿਆ ਅਤੇ ਹਿਮਾਲਿਆ ਦੇ ਕੋਲ ਪਾਏ ਜਾਣ ਵਾਲੇ ਪਲੇਨ ਨਾਰਥਨ ਦੇ ਵਿੱਚ ਉੱਤਰੀ ਮੈਦਾਨੀ ਇਲਾਕੇ ਰੀਸੈਂਟ ਲੈਂਡਫਾਰਮਸ ਹੈ, ਮਤਲਬ ਪਿਛਲੇ ਸਮੇਂ ਤੋਂ ਹੀ ਤਿਆਰ ਹੋਏ ਆ। From the viewpoint of the geology, Himalayan mountains form an unstable zone। ਕਿ ਹਿਮਾਲਿਆ ਪਰਬਤ ਅਤੇ ਇਸ ਦੇ ਅਧੀਨ ਆਉਣ ਵਾਲੇ ਇਲਾਕੇ ਅਨਸਟੇਬਲ ਹੈ, ਮਤਲਬ ਇਸ ਦੇ ਵਿੱਚ ਐਨਵਾਇਰਨਮੈਂਟ ਦੇ ਵਿੱਚ ਕਲਾਈਮੇਟ ਦੇ ਵਿੱਚ ਪਲੇਟਸ ਦੀ ਮੂਵਮੈਂਟ ਦੇ ਨਾਲ ਹਮੇਸ਼ਾ ਚੇਂਜਿਸ ਆਉਂਦੀਆਂ ਰਹਿੰਦੀਆਂ ਨੇ। ਮਤਲਬ ਕਦੀ ਵੋਲਕੈਨਿਕ ਐਕਟੀਵਿਟੀ ਦੇ ਨਾਲ, ਪਲੇਟਸ ਦੀ ਟੁੱਟ ਭੱਜ ਦੇ ਨਾਲ, ਵੀਦਰਿੰਗ ਦੇ ਨਾਲ, ਲੈਂਡਸਲਾਈਡ ਦੇ ਨਾਲ ਕੋਈ ਨਾ ਕੋਈ ਨਵੀਂ ਭੂਮੀ ਆਕ੍ਰਿਤੀ ਲੈਂਡਫਾਰਮ ਬਣਦੀ ਜਾਂ ਟੈਂਦੀ ਰਹਿੰਦੀ ਹੈ। The whole mountain system of the Himalaya represent a very youthful topography। very youthful topography ਨੂੰ ਤਾਂ ਬੋਲਿਆ ਗਿਆ ਹੈ, ਅਸੀਂ ਪਹਾੜੀਆਂ ਦੇਖਦੇ ਹਾਂ ਕਿ ਕਈ ਪਹਾੜ ਬਹੁਤ ਜ਼ਿਆਦਾ ਉੱਚੇ ਹੁੰਦੇ ਅਤੇ ਉਹਨਾਂ ਦੇ ਉੱਪਰਲਾ ਸਿਰਾ ਬਿਲਕੁਲ ਤਿੱਖਾ ਹੁੰਦਾ, ਪੀਕ ਉਹਨਾਂ ਦੀ ਤਿੱਖੀ ਹੁੰਦੀ ਹੈ। ਔਰ ਕੁਛ ਮਾਊਂਟੇਨਸ ਅਸੀਂ ਦੇਖਦੇ ਹਾਂ ਨਾ ਤਾਂ ਉਹ ਪਠਾਰ ਵਾਂਗੂ ਪੂਰਾ ਫਲੈਟ ਹੁੰਦੀਆਂ ਨਾ ਮਾਊਂਟੇਨ ਵਾਂਗੂ ਤਿੱਖੀਆਂ ਹੁੰਦੀਆਂ, ਮਤਲਬ ਉਹਨਾਂ ਦੀ ਸ਼ੇਪ ਮੀਡੀਅਮ ਹੁੰਦੀ ਆ। ਜੋ ਮਾਊਂਟੇਨਸ ਬਿਲਕੁਲ ਤਿੱਖੀਆਂ ਇਹਦਾ ਮਤਲਬ ਕਿ ਇਹ ਕੁਝ ਪਿਛਲੇ ਸਾਲਾਂ ਦੇ ਵਿੱਚ ਜਾਂ ਪਿਛਲੀ 1-2 ਸਦੀ ਦੇ ਵਿੱਚ ਹੀ ਬਣੀਆਂ ਹੈ। ਉਹਦਾ ਕਾਰਨ ਹੈ ਕਿ ਜਿਓਲੋਜੀਕਲ ਵਿਗਿਆਨੀ ਅੰਦਾਜ਼ਾ ਲਗਾਉਂਦੇ ਕਿ ਇਸ ਦੇ ਉੱਪਰ ਅਜੇ ਬਾਰਿਸ਼ ਥੋੜ੍ਹੀ ਪਈ ਆ, ਹਵਾ ਦਾ ਅਸਰ ਘੱਟ ਹੋਇਆ ਵਾ, ਜਾਂ ਬਰਫ਼ ਦਾ ਆਈਸ ਦਾ ਅਸਰ ਘੱਟ ਹੋਇਆ, ਜਿਸ ਦੇ ਨਾਲ ਇਸ ਦੀ ਪੀਕ ਜਿਹੜੀ ਅਜੇ ਪੂਰੀ ਤਰ੍ਹਾਂ ਟੁੱਟੀ ਨਹੀਂ ਆ। ਔਰ ਜੋ ਪੁਰਾਣੀਆਂ ਮਾਊਂਟੇਨਸ ਆ, ਓਲਡ ਮਾਊਂਟੇਨਸ ਆ, ਉਹਦੇ ਉੱਪਰ ਲਗਾਤਾਰ ਬਾਰਿਸ਼ ਪੈ ਕੇ, ਆਈਸ ਦਾ ਕਰਕੇ, ਏਅਰ ਦਾ ਕਰਕੇ, ਕਈ ਤਰ੍ਹਾਂ ਦੀਆਂ ਬਾਹਰੀ ਐਕਟੀਵਿਟੀ ਦਾ ਕਰਕੇ ਸਰਫੇਸ ਉੱਪਰੋਂ ਭੁਰ ਕੇ ਫਲੈਟ ਹੁੰਦਾ ਜਾ ਰਿਹਾ ਹੈ। ਉਸ ਦੀ ਪੀਕ ਜਿਹੜੀ ਹੈ ਪੂਰੀ ਇੱਕ ਨੀਡਲ ਵਾਂਗ ਤਿੱਖੀ ਨਹੀਂ ਹੈ। ਸੋ ਜਿਹੜੀਆਂ ਮਾਊਂਟੇਨਸ ਦੀ ਪੀਕ ਬਿਲਕੁਲ ਤਿੱਖੀ ਆ ਉਸ ਨੂੰ ਅਸੀਂ ਯੰਗ ਮਾਊਂਟੇਨਸ ਬੋਲਦੇ ਹਾਂ, ਔਰ ਜਿਨ੍ਹਾਂ ਦੀ ਫਲੈਟ ਹੋ ਜਾ ਰਹੀ ਆ ਉਹਨੂੰ ਕਹਿ ਸਕਦੇ ਹਾਂ ਕਿ ਇਹ ਕਾਫੀ ਮਾਊਂਟੇਨਸ ਪੁਰਾਣੀਆਂ ਨੇ ਜੋ ਕਿ ਉੱਪਰੋਂ ਘਸ ਚੁੱਕੀਆਂ ਨੇ। ਨੈਕਸਟ ਦਾ ਨਾਰਥਨ ਪਲੇਨਸ ਆਰ ਫਾਰਮਡ ਆਫ ਦਾ ਅਲੋਵੀਅਲ ਡਿਪੋਜ਼ਿਟ। ਭਾਰਤ ਦੇ ਉੱਤਰੀ ਮੈਦਾਨੀ ਇਲਾਕੇ ਅਲੋਵੀਅਲ ਸੋਇਲ ਦੇ ਨਾਲ ਬਣੇ ਆ। ਦਾ ਪੈਨਿਨਸੂਲਰ ਪਲੇਟੂ ਇਜ਼ ਕੰਪੋਜ਼ਡ ਆਫ ਦਾ ਇਗਨਸ ਐਂਡ ਦਾ ਮੈਟਾਮੋਰਫਿਕ ਰੌਕਸ। ਇਗਨਸ ਰੌਕਸ ਮਤਲਬ ਵੋਲਕੈਨਿਕ ਐਕਟੀਵਿਟੀ ਦੇ ਨਾਲ ਜੋ ਰੌਕਸ ਚਟਾਨਾਂ ਬਣਦੀਆਂ ਉਹਨਾਂ ਦੇ ਹੈਲਪ ਦੇ ਨਾਲ, ਮੈਟਾਮੋਰਫਿਕ ਸੈਡੀਮੈਂਟਰੀ ਔਰ ਇਗਨਸ ਰੌਕਸ ਜਦੋਂ ਆਪਣਾ ਰੂਪ ਚੇਂਜ ਕਰ ਲੈਂਦੀਆਂ, ਫੇਸ ਚੇਂਜ ਕਰਦੇ ਹਾਂ, ਉਹਨਾਂ ਨੂੰ ਅਸੀਂ ਮੈਟਾਮੋਰਫਿਕ ਰੌਕਸ ਬੋਲਦੇ ਹਾਂ। ਜਦ ਕਿ ਕਹਿੰਦੇ
ਨਾਰਥਰਨ ਪਲੇਨਸ ਅਲੋਵੀਅਲ ਸੋਇਲ ਨਾਲ, ਪੈਨਿਨਸੂਲਰ ਪਲੇਟੂ ਇਗਨਸ ਰੌਕਸ ਔਰ ਮੈਟਾਮੋਰਫਿਕ ਰੌਕਸ ਦੇ ਨਾਲ ਬਣ ਕੇ ਤਿਆਰ ਹੋਇਆ ਹੈ। ਜੈਂਟਲੀ ਰਾਈਜ਼ਿੰਗ ਹਿਲਸ ਐਂਡ ਵਾਈਡ ਵੈਲੀਜ਼, ਜਿਸ ਦੇ ਵਿੱਚ ਕੁਝ ਉੱਚੀਆਂ ਉੱਭਰੀਆਂ ਹੋਈਆਂ ਪਹਾੜੀਆਂ ਅਤੇ ਚੰਗੀਆਂ ਚੌੜੀਆਂ ਵੈਲੀਸ ਵਾਦੀਆਂ ਮੌਜੂਦ ਨੇ। So this is the lesson for today, and if you have any kind of the problem in the lesson, you click the pic and send me. I try to solve your problems with new examples or with another effective methods. So read the lesson carefully, because in the previous classes we read the question answer, learn the question answer, fill ups, etc. exercise, or we got the good marks. But now you are in the senior class. In this class you need to read lesson line to line, because in the 10th classes examiner board exam there are the 20 little or the 1 marks question, or they put these questions from the internal. ਮੀਨਸ ਲਾਸਟ ਟਾਈਮ ਆਪਾਂ ਕਲਾਸਿਸ ਦੇ ਵਿੱਚ ਜੋ ਬੈਕ ਸਾਈਜ਼ ਹੁੰਦੇ ਸੀ ਫਿਲਅਪਸ ਐਕਸੈਟਰਾ, ਉਸ ਨੂੰ ਆਪਾਂ ਸੋਲਵ ਕਰ ਲੈਂਦੇ, ਰੀਡ ਕਰ ਲੈਂਦੇ। ਹੁਣ 20 ਮਾਰਕਸ ਜਿਹੜਾ ਇੱਕ ਨੰਬਰ ਵਾਲੇ ਕੁਐਸਚਨ ਹੈ, ਮਤਲਬ ਬੈਕ ਸਾਈਜ਼ ਵਾਂਗ ਹੋਣੇ ਤਾਂ ਜ਼ਰੂਰ ਆ, ਪਰ ਉਹ ਹੁਣ ਲੈਸਨ ਦੀ ਬੈਕ ਸਾਈਡ 'ਤੇ ਦਿੱਤੀ ਗਈ ਬੈਕ ਸਾਈਜ਼ ਵਿੱਚੋਂ ਨਹੀਂ ਹੋਣਗੇ, ਤੁਹਾਨੂੰ ਇੰਟਰਨਲ ਕੁਐਸਚਨ ਪੁੱਟ ਕੀਤੇ ਜਾਣਗੇ। ਅਗਰ ਆਪਾਂ ਉਹਨਾਂ ਦਾ ਆਨਸਰ ਫਿਰ ਹੀ ਲਿਖ ਸਕਦੇ ਹਾਂ ਜੇ ਅਸੀਂ ਲੈਸਨ ਨੂੰ ਪੂਰੀ ਤਰ੍ਹਾਂ ਰੀਡ ਕੀਤਾ ਹੋਇਆ ਹੈ। ਅਗਰ ਤੁਹਾਨੂੰ ਲੈਸਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਉਸੇ ਵੇਲੇ ਆਪਣੇ ਟੀਚਰ ਕੋਲੋਂ ਪੁੱਛ ਲਵੋ, ਐਂਡ ਓਨਲੀ ਦੈਨ ਯੂ ਗੋਟ ਗੁੱਡ ਮਾਰਕਸ ਇਨ ਯੂਅਰ ਐਗਜ਼ਾਮ। ਸੋ ਥੈਂਕਸ, ਹੈਵ ਅ ਨਾਈਸ ਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।